GM7 ਨਿਊਜ਼ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਣੇ ਚੀਫ ਬਿਊਰੋ ਗੁਰਪ੍ਰੀਤ ਸੰਧੂ ਦੇ ਨਾਲ। ਜੇਕਰ ਮਨ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਵੀ ਹਾਸਲ ਕੀਤੀ ਜਾ ਸਕਦੀ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਮੁਸ਼ੱਕਤ ਦੇ ਨਾਲ ਅਜਿਹਾ ਹੀ ਮੁਕਾਮ ਹਾਸਲ ਕੀਤਾ ਹੈ ਨਾਭਾ ਦੇ ਰਹਿਣ ਵਾਲੇ ਨੌਜਵਾਨ ਪ੍ਰੀਤ ਇੰਦਰ ਸਿੰਘ ਪਦੋਹਲ ਨੇ, ਜਿਸ ਨੇ ਆਨਲਾਈਨ ਪੜ੍ਹਾਈ ਕਰਕੇ ਬਿਨਾਂ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਨਾਭਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤ ਇੰਦਰ ਸਿੰਘ ਪਦੋਹਲ ਨੂੰ ਨਾਭਾ ਬਾਰ ਐਸੋਸੀਏਸ਼ਨ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰੀਤ ਇੰਦਰ ਸਿੰਘ ਪਦੋਹਲ ਕੈਨੇਡੀਅਨ ਵਕੀਲ ਨੇ ਕਿਹਾ ਕਿ ਮੈਨੂੰ ਆਨਲਾਈਨ ਪੜ੍ਹਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਕਿਉਂਕਿ ਇਹ ਮੁਕਾਮ ਹਾਸਲ ਕਰਨ ਦੇ ਲਈ ਮੈਂ ਰਾਤ ਦੇ ਸਮੇਂ 8-8 ਘੰਟੇ ਦੀਆਂ ਰਾਤ ਨੂੰ ਆਨਲਾਈਨ ਕਲਾਸਾਂ ਲਗਾਉਣੀਆਂ ਪਈਆਂ ਅਤੇ ਦਿਨ ਰਾਤ ਇੱਕ ਕਰਕੇ ਅੱਜ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਮੇਰੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ। ਮੈਂ ਬਹੁਤ ਖੁਸ਼ ਹਾਂ। ਉਹਨਾਂ ਕਿਹਾ ਕਿ ਮੈਂ ਹੁਣ ਪੰਜਾਬ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਵਿੱਚ ਜਾ ਕੇ ਫ੍ਰੀ ਸੈਮੀਨਾਰ ਦੇ ਜ਼ਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਾਂਗਾ। ਦਾ ਇੱਕ ਪ੍ਰੋਸੈਸ ਹੁੰਦਾ ਹੈ, 10 ਮੰਥਸ ਦੀ ਆਰਟੀਕਲਿੰਗ ਹੁੰਦੀ ਹੈ, ਉਹ ਕਿਸੇ ਵੀ ਆਪਾਂ ਸੀਨੀਅਰ ਲਾਇਰ ਦੇ ਅੰਦਰ ਕਰਨੀ ਹੁੰਦੀ ਹੈ ਤੇ ਉਹ ਜਦੋਂ ਆਪਾਂ ਸਾਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਹੈ ਤੇ ਫਿਰ ਆਪਾਂ ਐਜ਼ ਅ ਕੈਨੇਡੀਅਨ ਲਾਇਰ ਪ੍ਰੈਕਟਿਸ ਤੇ ਜੇ ਕਿਸੇ ਦਾ ਭਰਾ ਨੂੰ ਸਨਮਾਨ ਕਰੋ ਸਾਰੇ ਪੰਜਾਬ ਦੇ ਵਿੱਚ ਜਾ ਕੇ 10 ਲੱਖ ਕੇ ਆਪਣੇ ਬੱਚੇ ਨੇ ਜਿਹੜੇ ਚਾਹੇ ਕਿਸੇ ਕਿਸਮ ਦਾ ਵੀਜ਼ਾ ਤੇ ਉਹਦੀ ਹੈਲਪ ਕਰਦੇ ਵੀ ਚਾਹੁੰਦਾ ਹੈਗਾ ਕਿ ਤੁਹਾਡੀ ਸਰਕਾਰ ਦੇ ਨਾਲ ਮੈਂ ਚਾਹੁੰਦਾ ਚਾਹੀਦੀ ਹੈ ਤਾਂ ਜੋ ਫਿਰ ਆਪਾਂ ਉਹ ਐਗਜ਼ਾਮਸ ਕਲੀਅਰ ਕਰ ਸਕੀਏ। ਹੁਣ ਜਿਹੜੇ ਵੀ NCA ਦੇ ਐਗਜ਼ਾਮਸ ਨੇ ਜਦੋਂ ਆਪਾਂ ਕਲੀਅਰ ਕਰ ਲੈਂਦੇ ਹਾਂ ਤੇ ਉਹ ਤੋਂ ਬਾਅਦ ਫਿਰ ਆਪਣਾ ਬਾਹਰ ਐਗਜ਼ਾਮ ਹੁੰਦਾ ਹੈ। ਜਿਵੇਂ ਓਨਟਾਰੀਓ ਐਕਟ ਪੈਟਰਨ ਕੁਐਸਚਨਸ ਹੁੰਦੇ ਸੀ, ਜਿਵੇਂ ਆਪਣੇ ਇੰਡੀਆ ਦੇ ਵਿੱਚ ਤਾਂ ਸਿੱਧਾ ਉਹ ਕੁਐਸਚਨ ਪੁੱਛ ਲੈਂਦੇ ਨੇ, ਬਟ ਉਹਨਾਂ ਦਾ ਲਾਅ ਬਹੁਤ ਡਿਫਰੈਂਟ ਹੈ ਤੇ ਬਹੁਤ ਯੂਨੀਕ ਹੈ। ਉਹਨਾਂ ਦੀਆਂ ਕੁਝ ਡਿਮਾਂਡਸ ਹੁੰਦੀਆਂ ਨੇ, ਉਹ ਜੇ ਆਪਾਂ ਪੂਰੀਆਂ ਕਰਦੇ ਹਾਂ ਤਾਂ ਉਹ ਐਗਜ਼ਾਮਸ ਆਪਾਂ ਕਲੀਅਰ ਕਰ ਸਕਦੇ ਹਾਂ। ਡਿਪੈਂਡ ਕਰਦਾ ਵੀ ਕਿੰਨੇ ਤੁਹਾਡੇ ਮਾਰਕਸ ਸੀਗੇ ਡਿਗਰੀ ਦੇ ਵਿੱਚ, ਕਾਲਜ ਦਾ ਡਿਪੈਂਡ ਕਰਦਾ। ਜਿਵੇਂ ਮੈਂ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤਾ ਤਾਂ ਮੈਨੂੰ 5 ਸਬਜੈਕਟਸ ਮਿਲੇ ਸੀਗੇ। ਬਾਕੀ ਹੋਰ ਹੁੰਦਾ ਕਿ ਤੁਹਾਡੀ ਡਿਗਰੀ ਜੇ 5 ਸਾਲ ਤੋਂ ਪੁਰਾਣੀ। ਆਪਣੇ ਘਰਦਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹੁਣ ਮਤਲਬ ਮੈਨੂੰ ਸਾਰੇ ਜਿਹੜੇ ਵੀ ਕਲੀਗਸ ਨੇ ਨਾਭਾ ਬਾਰ ਐਸੋਸੀਏਸ਼ਨ ਦੇ ਸਾਰਿਆਂ ਨੇ ਜਿਨ੍ਹਾਂ ਨੇ ਸਪੋਰਟ ਕੀਤਾ, ਸਾਰੀ ਬਾਰ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ। ਉਦੋਂ ਹੀ ਪਲਾਨ ਬਣਾ ਲਿਆ ਸੀ ਮੈਂ ਕੈਨੇਡਾ ਦੇ ਵਿੱਚ ਲਾਅ ਕਰਨਾ ਤੇ ਇਹ ਸੋਚਿਆ ਤੇ ਮੈਨੂੰ ਪ੍ਰੋਸੈਸ ਬਾਰੇ ਬਿਲਕੁਲ ਨੌਲੇਜ ਨਹੀਂ ਸੀ ਵੀ ਕਿੱਦਾਂ ਕਰ ਸਕਦੇ ਹਾਂ। ਮੈਂ ਬਹੁਤ ਨੈੱਟ ਤੇ ਸਰਚ ਕਰਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਕਿੱਦਾਂ ਕੀਤਾ ਜਾਵੇ। ਸੀਨੀਅਰਸ ਸੀਗੇ ਕੈਨੇਡਾ ਦੇ ਵਿੱਚ ਸੀਗੇ, ਉਹਨਾਂ ਨੇ ਥੋੜ੍ਹਾ ਬਹੁਤਾ ਗਾਈਡ ਕੀਤਾ, ਬਟ ਬਹੁਤ ਪ੍ਰੋਬਲਮਸ ਆਈਆਂ। ਤਾਂ ਇਸੇ ਲਈ ਮੈਂ ਸੋਚਿਆ, ਪਾਪਾ ਨਾਲ ਸਲਾਹ ਕਰੀ ਵੀ ਮੈਨੂੰ ਵੀ ਆਪਣੇ ਵਕੀਲ ਭਾਈਚਾਰੇ ਦੇ ਵਿੱਚ ਜਾ ਕੇ ਜਿਹੜੇ ਵੀ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਲਾਅ ਕਰਨਾ, ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਆਪਾਂ ਇੰਡੀਆ ਦੇ ਵਿੱਚੋਂ ਹੀ ਲਾਅ ਕਰ ਸਕਦੇ ਹਾਂ। ਠੀਕ ਹੈ ਤੁਸੀਂ ਵੀ ਵਾਦੇ ਚਲੋ ਭਾਈ ਹਾਂਜੀ, ਜਿਹੜੀ ਮੈਂ ਕਿ ਲਾਅ ਦੀ ਡਿਗਰੀ ਕੀਤੀ ਹੈ, ਲਾਇਸੈਂਸ ਮਿਲਿਆ ਮੈਨੂੰ ਓਨਟਾਰੀਓ ਬਾਰ ਵੱਲੋਂ। ਉਹ ਜੋ ਮੈਂ 5th ਈਅਰ ਦੇ ਵਿੱਚ ਸੀਗਾ ਲਾਅ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ, ਮੈਂ ਉਦੋਂ ਹੀ ਮਨ ਬਣਾ ਲਿਆ ਸੀਗਾ ਵੀ ਮੈਂ ਐਜ਼ ਅ ਕੈਨੇਡੀਅਨ ਲਾਇਰ ਪ੍ਰੈਕਟਿਸ ਕਰਨੀ ਹੈ ਤੇ ਉੱਥੇ ਜਾ ਕੇ ਆਪਣਾ ਲਾਇਸੈਂਸ ਲੈ ਕੇ ਪ੍ਰੈਕਟਿਸ ਕਰੂੰਗਾ। ਤੇ ਉਦੋਂ ਵੀ ਮੈਨੂੰ ਨੌਲੇਜ ਨਹੀਂ ਸੀਗੀ ਵੀ ਕੀ ਪ੍ਰੋਸੈਸ ਹੋਊਗਾ, ਕਿੱਦਾਂ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ। ਮੈਂ ਬਹੁਤ ਸਰਚ ਕਰਿਆ ਬਟ ਇੰਨੀ ਮੈਨੂੰ ਇੰਟਰਨੈਟ ਤੋਂ ਨੌਲੇਜ ਨਹੀਂ ਸੀ ਮਿਲੀ। ਉਹਦੇ ਵਿੱਚ ਮੈਂ ਆਪਣੇ ਸੀਨੀਅਰਸ ਦੀ ਹੈਲਪ ਲਈ ਤੇ ਮੈਨੂੰ ਪ੍ਰੋਸੈਸ ਦਾ ਪਤਾ ਲੱਗਿਆ ਵੀ ਆਪਾਂ ਕਿੱਦਾਂ ਕਰ ਸਕਦੇ ਹਾਂ। ਤੇ ਉਹ ਤੋਂ ਬਾਅਦ ਹੁਣ ਜਦੋਂ ਮੈਂ ਪ੍ਰੋਸੈਸ ਸਟਾਰਟ ਕੀਤਾ, ਮਿਹਨਤ ਦੇ ਵਿੱਚ ਹੈਗਾ ਵੀ ਔਖੇ ਨੇ ਐਗਜ਼ਾਮਸ, ਕਾਫੀ ਔਖੇ ਨੇ। ਮੇਰੀਆਂ ਜਿਹੜੀਆਂ ਕਲਾਸਿਸ ਹੁੰਦੀਆਂ ਸੀਗੀਆਂ ਸਾਰੀਆਂ ਰਾਤ ਨੂੰ ਹੁੰਦੀਆਂ ਸੀ, 8-8 ਘੰਟੇ ਦੀਆਂ ਕਲਾਸਿਸ ਸੀਗੀਆਂ, ਤਾਂ ਮਿਹਨਤ ਕਰਨੀ ਪਈ। ਬਟ ਜੇ ਆਪਾਂ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਆਪਾਂ ਹਾਰਡ ਵਰਕ ਕਰੀਏ ਤਾਂ ਆਪਾਂ ਕੁਝ ਵੀ ਅਚੀਵ ਕਰ ਸਕਦੇ ਹਾਂ। ਤੇ ਮੈਂ ਇਹ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਪੇਪਰ ਕਲੀਅਰ ਕਰਨ ਤੋਂ ਬਾਅਦ ਲਾਇਸੈਂਸ ਵੀ ਮੈਨੂੰ ਇੱਥੇ ਮਿਲ ਜੂਗਾ। ਤਾਂ ਇਸ ਲਈ ਮੈਂ ਸਿਰਫ ਸੱਚੇ ਪਿਤਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਹਦੇ ਨਾਲ ਮੈਨੂੰ ਇਹ ਲਾਇਸੈਂਸ ਮਿਲਿਆ। 27 ਅਗਸਤ ਨੂੰ ਮੈਨੂੰ ਓਨਟਾਰੀਓ ਬਾਰ ਵੱਲੋਂ ਲਾਇਸੈਂਸ ਮਿਲਿਆ। ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਇਸ ਚੀਜ਼ ਦੀ?
ਪ੍ਰੇਰਨਾ ਪਹਿਲਾਂ ਮੈਂ ਇੰਡੀਆ ਦੇ ਵਿੱਚ ਹੀ ਰਹਿਣ ਦਾ ਸੋਚਿਆ ਸੀ, ਐਜ਼ ਅ ਲਾਇਰ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਦਾ ਸੋਚਿਆ ਸੀ। ਫਿਰ ਜਦੋਂ ਮੈਂ ਹਾਰਵਰਡ ਦੇ ਵਿੱਚ ਮੇਰੀ ਕਾਨਫਰੰਸ ਸੀਗੀ 2018 ਦੇ ਵਿੱਚ ਗਿਆ ਸੀਗਾ ਮੈਂ ਅਮਰੀਕਾ। ਉੱਥੇ ਜਾ ਕੇ ਮੈਂ ਉੱਥੇ ਦਾ ਲਾਈਫ ਸਟਾਈਲ ਦੇਖਿਆ ਤੇ ਮੈਂ ਉੱਥੇ ਸੋਚਿਆ ਵੀ ਜੇ ਮੈਂ ਹੁਣ ਪ੍ਰੈਕਟਿਸ ਕਰਨੀ ਹੈ ਮੈਂ ਆਪਣਾ ਕੈਨੇਡਾ ਦੇ ਵਿੱਚ ਹੀ ਜਾ ਕੇ ਪ੍ਰੈਕਟਿਸ ਕਰੂੰਗਾ। ਤੇ ਉੱਥੋਂ ਹੀ ਜਿਹੜਾ ਮੇਰਾ ਮਾਈਂਡ ਚੇਂਜਿੰਗ ਐਕਸਪੀਰੀਅੰਸ ਸੀਗਾ ਉਹ ਮੇਰਾ ਅਮਰੀਕਾ ਦਾ ਐਕਸਪੀਰੀਅੰਸ ਸੀਗਾ। ਮਿਹਨਤ ਕਰਦੇ ਤੁਸੀਂ? ਮੇਰੇ ਅਪਰੋਕਸੀਮੇਟਲੀ ਜਦੋਂ ਮੇਰੀ ਨਾਲ ਪ੍ਰੈਕਟਿਸ ਵੀ ਚੱਲ ਰਹੀ ਸੀਗੀ ਤੇ ਉਹਦੇ ਨਾਲ ਮੈਨੂੰ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਪਈ, ਕਿਉਂਕਿ ਟਾਈਮ ਗੈਪ ਹੋਣ ਕਰਕੇ ਜਿਹੜੀਆਂ ਕਲਾਸਿਸ ਹੁੰਦੀਆਂ ਸੀਗੀਆਂ ਉੱਥੇ ਦਿਨ ਦੇ ਅਕੋਰਡਿੰਗ ਹੁੰਦੀਆਂ ਸੀਗੀਆਂ ਓਨਟਾਰੀਓ ਦੇ, ਤਾਂ ਮੈਨੂੰ ਸਾਰੀ ਰਾਤ ਅਪਰੋਕਸੀਮੇਟਲੀ ਮੇਰੇ ਟੀਚਰ ਸਿਰਫ 2-3 ਸਟੂਡੈਂਟਸ ਸੀਗੇ ਜਿਹੜੇ ਇੰਡੀਆ ਦੇ, ਉਹ ਰਾਤ ਨੂੰ ਲਾਈਵ ਕਲਾਸਿਸ ਲਾਉਂਦੇ ਸੀ, ਬਾਕੀ ਰਿਕਾਰਡਿੰਗ ਵਾਲੇ ਲਾਉਂਦੇ ਸੀ। ਤੇ ਮੇਰੇ ਟੀਚਰਸ ਵੀ ਇਹ ਸੁਣ ਕੇ ਹੈਰਾਨ ਸੀਗੇ ਵੀ ਮੈਂ ਰੈਗੂਲਰ ਰਾਤ ਨੂੰ 8-8 ਘੰਟੇ ਦੀਆਂ ਉਹਨਾਂ ਦੀਆਂ ਸੈਟਰਡੇ ਸੰਡੇ ਕਲਾਸਿਸ ਹੁੰਦੀਆਂ ਸੀ ਉਹ ਲਾਉਂਦਾ ਰਿਹਾ ਤੇ ਮੈਂ ਇਹ ਅਚੀਵ ਕੀਤਾ। ਇਹ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਇੰਨੀ ਮੇਰੀ ਜਿਹੜੀ ਮਿਹਨਤ ਹੈ ਉਹਦਾ ਮੈਨੂੰ ਫਲ ਮਿਲਿਆ। ਇੰਡੀਅਨ ਤੇ ਕੈਨੇਡੀਅਨ ਲਾਅ 'ਚ ਕਿੰਨਾ ਕੁ ਡਿਫਰੈਂਸ ਆ ਜਾਂ ਕਿੰਨਾ ਕੁ ਜੋ ਕਿ ਇੰਡੀਆ ਦਾ ਲਾਅ ਹੈਗਾ ਤੇ ਕੈਨੇਡੀਅਨ ਲਾਅ ਉਹਦੇ ਵਿੱਚ ਬਹੁਤ ਡਿਫਰੈਂਸ ਹੈਗਾ, ਕੰਪਲੀਟਲੀ ਡਿਫਰੈਂਟ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਦੇ ਮੋਸਟਲੀ ਲਾਅ ਨਾਲੋਂ ਜ਼ਿਆਦਾ ਉਹਨਾਂ ਦੀ ਆਨਸਰ ਰਾਈਟਿੰਗ ਜਿਹੜੀ ਟੈਕਨੀਕਸ ਹੁੰਦੀਆਂ ਨੇ ਉਹਦੇ ਵਿੱਚ ਡਿਫਰੈਂਸ ਹੈਗਾ। ਆਪਣੇ ਤਾਂ ਹੈਗਾ ਵੀ ਸਿੱਧੇ ਕੁਐਸਚਨਸ ਪੁੱਛ ਲੈਂਦੇ ਨੇ, ਆਪਾਂ ਸਿੱਧਾ ਲਿਖ ਸਕਦੇ ਹਾਂ, ਬਟ ਉਹ ਕ੍ਰਿਟੀਕਲੀ ਤੇ ਐਨਾਲਿਟਿਕਲੀ ਉਹ ਕੁਐਸਚਨਸ ਪੁੱਛਦੇ ਨੇ ਜਿਹਦੇ ਵਿੱਚ ਆਪਾਂ ਆਪਣਾ ਮਾਈਂਡ ਅਪਲਾਈ ਕਰਨਾ। ਜਿਵੇਂ ਕਿ ਆਪਣੇ ਉਰੇ ਇੰਡੀਆ ਦੇ ਵਿੱਚ ਕੇਸਿਸ ਹੁੰਦੇ ਨੇ ਉੱਦਾਂ ਦੀ ਉਹ ਫੈਕਟ ਪੈਟਰਨ ਦਿੰਦੇ ਨੇ ਕੁਐਸਚਨ ਦੇ ਵਿੱਚ, ਉਹ ਆਪਾਂ ਮਾਈਂਡ ਅਪਲਾਈ ਕਰਨਾ 4 ਘੰਟੇ ਦੇ ਵਿੱਚ। ਇਹ ਲਾ ਲਓ ਵੀ ਆਪਾਂ 4 ਘੰਟੇ ਦੇ ਵਿੱਚ 4 ਕੇਸਿਸ ਦਾ ਡਾਟਾ ਇਕੱਠਾ ਕਰਕੇ ਰਿਸਰਚ ਕਰਕੇ ਆਨਸਰਿੰਗ ਲਿਖਣੀ ਹੈ, ਤਾਂ ਅਲੱਗ ਪ੍ਰੋਸੈਸ। ਫਰੈਂਡ ਦਾ ਵੀ ਜਿਹੜੀ ਵਧੀਆ ਮੋਟੀਵੇਸ਼ਨ? ਹਾਂਜੀ, ਮੈਨੂੰ ਮੇਰੇ ਪਾਪਾ ਵੱਲੋਂ ਮੰਮਾ ਵੱਲੋਂ ਬਹੁਤ ਜ਼ਿਆਦਾ ਸਪੋਰਟ ਮਿਲੀ। ਉਹਨਾਂ ਨੇ ਮਤਲਬ ਮੈਨੂੰ ਇਹ ਫੀਲ ਨਹੀਂ ਹੋਣ ਦਿੱਤਾ ਵੀ ਇਹ ਪ੍ਰੋਸੈਸ ਡਿਫਿਕਲਟ ਹੈ। ਦਿਨ ਰਾਤ ਮੈਨੂੰ ਵਧੀਆ ਉਹਨਾਂ ਨੇ ਕਮਰੇ ਦੇ ਵਿੱਚ ਹਰ ਇੱਕ ਫੈਸਿਲਿਟੀ ਪ੍ਰੋਵਾਈਡ ਕਰੀ, ਪੂਰਾ ਜੋ ਵੀ ਹੋ ਸਕਦਾ ਸੀਗਾ ਹਰ ਇੱਕ ਉਹਨਾਂ ਨੇ ਸੁਵਿਧਾ ਦਿੱਤੀ। ਤੇ ਮੇਰੇ ਦੋਸਤ ਵੀ ਜਿਨ੍ਹਾਂ ਨੇ ਮਤਲਬ ਮੈਨੂੰ ਕਦੇ ਵੀ ਸਪੋਰਟ ਹੁੰਦੀ ਸੀ, ਕਈ ਵਾਰੀ ਪ੍ਰੋਬਲਮ ਆਉਂਦੀ ਸੀ ਪੜ੍ਹਨ ਵਿੱਚ, ਕਈ ਵਾਰੀ ਉਹ ਕਲਾਸਿਸ ਦੇ ਵਿੱਚ ਕੁਝ ਮਿਸ ਹੋ ਜਾਂਦਾ ਸੀ, ਅੰਡਰਲਾਈਨ ਵਗੈਰਾ ਕਰਨਾ, ਕੁਝ ਪ੍ਰਿੰਟ ਆਊਟਸ ਲੈਣੇ, ਤੇ ਉਹ ਸਾਰੀ ਮੇਰੇ ਦੋਸਤਾਂ ਨੇ ਸਹਾਇਤਾ ਕਰੀ ਤੇ ਮਾਤਾ ਪਿਤਾ ਨੇ ਮੈਨੂੰ ਬਹੁਤ ਵਧੀਆ ਆਸ਼ੀਰਵਾਦ ਦਿੱਤਾ ਤੇ ਜਿਹਦੇ ਕਰਕੇ ਮੈਂ ਇੱਥੇ ਪਹੁੰਚਿਆ। 80% ਜਿਹੜੀ ਨੌਜਵਾਨ ਪੀੜ੍ਹੀ ਆ ਬਾਹਰਲੀ ਰੁੱਖ ਕਰ ਰਹੀ ਆ, ਕੀ ਕਾਰਨ ਮੰਨਦੇ ਹੋ? ਮੇਰੇ ਅਕੋਰਡਿੰਗ ਜਿਵੇਂ ਕਿ ਮੇਰਾ ਵੀ ਪਹਿਲਾ ਮਨ ਸੀਗਾ ਇੰਡੀਆ ਦੇ ਵਿੱਚ ਰਹਿਣ ਦਾ, ਉਰੇ ਪ੍ਰੈਕਟਿਸ ਕਰਨ ਦਾ, ਬਟ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਸਿਸਟਮ ਦੀ ਨਾਕਾਮਯਾਬੀ, ਆਪਣੀ ਗਵਰਨਮੈਂਟ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ, ਉਰੇ ਇੰਪਲੋਇਮੈਂਟ ਨਹੀਂ ਹੈਗੀ, ਉਰੇ ਉਹਨਾਂ ਨੂੰ ਓਪਰਚੁਨਿਟੀ ਓਡੀ ਦਿਖਦੀ ਨਹੀਂ ਹੈਗੀ। ਮਿਹਨਤ ਕਰਨ ਦੇ ਬਾਵਜੂਦ ਵੀ ਉਰੇ ਆਪਾਂ ਨੂੰ ਓਡਾ ਵਧੀਆ ਫਲ ਨਹੀਂ ਮਿਲਦਾ ਜਿੰਨਾ ਕਿ ਤਾਂ ਹੀ ਆਪਣੇ ਬਾਹਰ ਸਾਰੇ ਜਿਹੜੇ ਨੌਜਵਾਨ ਨੇ ਉਹ ਬਾਹਰ ਜਾ ਰਹੇ ਨੇ। ਅੱਜ ਮੁਕਾਮ ਤੇ ਪਹੁੰਚ ਗਏ ਹੋ, ਕਿੰਨੀ ਕੁ ਖੁਸ਼ੀ ਹੈ ਪਰਿਵਾਰ ਹੋਰ ਸਭ? ਮੈਨੂੰ ਇਹ ਦੱਸਦੇ ਹੋਏ ਮੈਂ ਬਿਆਨ ਨਹੀਂ ਕਰ ਸਕਦਾ ਵੀ ਇੰਨੀ ਖੁਸ਼ੀ ਹੈ, ਕਿਉਂਕਿ ਮੈਂ ਸੋਚਿਆ ਵੀ ਨਹੀਂ ਸੀਗਾ ਵੀ ਇਹ ਚੀਜ਼ ਮੈਂ ਹਾਸਿਲ ਕਰ ਸਕਦਾ, ਉਹ ਵੀ ਇੱਥੇ ਰਹਿ ਕੇ। ਮੇਰਾ ਪਹਿਲਾ 2018 ਦੇ ਵਿੱਚ ਕੈਨੇਡਾ ਜਾਣ ਦਾ ਸੀਗਾ ਪ੍ਰੋਗਰਾਮ, ਤੇ ਉਦੋਂ ਕੁਝ ਕੁ ਰੀਜ਼ਨ ਸੀਗੇ ਉਹ ਸਕਸੈਸਫੁਲ ਨਹੀਂ ਹੋ ਪਾਇਆ, ਤੇ ਉਦੋਂ ਮੈਨੂੰ ਬਹੁਤ ਦੁਖੀ ਹੋਇਆ ਮੈਂ ਵੀ ਇਹ ਨਹੀਂ ਹੋ ਸਕਿਆ। ਤੇ ਬਟ ਹੁਣ ਓਨਾ ਹੀ ਮੈਨੂੰ ਰੱਬ ਤੇ ਭਰੋਸਾ ਵੱਧ ਗਿਆ ਵੀ ਜੇ ਮੈਂ ਉਦੋਂ ਚਲਿਆ ਜਾਂਦਾ ਮੇਬੀ ਇਹ ਅਚੀਵਮੈਂਟ ਮੈਨੂੰ ਨਾ ਮਿਲਦੀ ਇੰਨੀ ਜਲਦੀ। ਤੇ ਇੱਥੇ ਰਹਿ ਕੇ ਇਹ ਤਾਂ ਹੀ ਹੋਇਆ ਕਿਉਂਕਿ ਜੋ ਪਰਮਾਤਮਾ ਨੇ ਸੋਚਿਆ ਸੀ ਉਹ ਚੰਗੇ ਲਈ ਹੁੰਦਾ, ਤੇ ਇਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਪੰਜਾਬ 'ਚ ਹੋਰ ਕਿੰਨੇ ਕੁ ਨੌਜਵਾਨ ਨੇ ਜੋ ਆਨਲਾਈਨ ਸਟੱਡੀ ਕਰਕੇ ਇਸ ਤਰ੍ਹਾਂ ਦੇ ਤੁਹਾਡੇ? ਨੌਜਵਾਨ ਹੈਗੇ ਨੇ ਜੀ, ਮਤਲਬ ਮੇਰੀ ਕਲਾਸਿਸ 'ਚ ਵੀ ਸੀਗੇ 3-4 ਜਿਹੜੇ ਇੰਡੀਆ ਤੋਂ ਹੈਗੇ, ਬਟ ਉਹ PR ਹੈਗੇ ਨੇ, ਕੁਝ ਉਰੇ ਸਟੱਡੀ ਕਰਨ ਲਈ ਆਏ ਹੋਏ ਨੇ। ਕਿਉਂਕਿ ਕੈਨੇਡਾ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਇੱਧਰੋਂ ਸਟਾਰਟ ਜਿਹੜੇ ਮੈਂ ਸੈਮੀਨਾਰਸ ਸਟਾਰਟ ਕਰ ਰਿਹਾ ਉਹ ਤਾਂ ਹੀ ਸਟਾਰਟ ਕਰ ਰਿਹਾ ਵੀ ਰੈਦਰ ਦੈਨ ਉੱਥੇ ਜਾ ਕੇ ਆਪਾਂ ਕੈਨੇਡੀਅਨ ਲਾਅ ਕਰੀਏ, ਇੱਥੋਂ ਕਰ ਸਕਦੇ ਹਾਂ ਕਿਉਂਕਿ ਇੱਥੋਂ ਈਜ਼ੀ ਹੁੰਦਾ, ਇੱਥੇ ਆਪਣੇ ਕੋਲ ਟਾਈਮ ਵੀ ਵੱਧ ਹੁੰਦਾ, ਘਰਦਿਆਂ ਦੀ ਸਪੋਰਟ ਹੁੰਦੀ ਹੈ। ਉੱਥੇ ਜਾ ਕੇ ਆਪਾਂ ਕੰਮ ਵੀ ਕਰਨੇ ਨੇ, ਆਪਣੇ ਜਿਹੜੇ ਐਕਸਪੈਂਸਿਸ ਨੇ, ਕਿਉਂਕਿ ਉੱਥੇ ਖਰਚਾ ਵੀ ਬਹੁਤ ਹੁੰਦਾ, ਰਹਿਣ ਦਾ ਖਰਚਾ ਵੀ ਆ, ਖਾਣ ਪੀਣ ਦਾ, ਤਾਂ ਇੱਥੋਂ ਘੱਟ ਨੌਜਵਾਨ ਕਰਦੇ ਨੇ। ਇਹੀ ਜਿਹੜਾ ਮੇਰਾ ਮਨ ਸੀਗਾ ਤੇ ਮੇਰੀ ਸੋਚ ਸੀ ਸੈਮੀਨਾਰ ਦੀ, ਇਹੀ ਸੋਚ ਹੈ ਵੀ ਇੱਧਰੋਂ ਕਰਕੇ ਜਾਣ ਸਾਰੇ ਤੇ ਉੱਥੇ ਜਾ ਕੇ ਤਾਂ ਜੋ ਸਾਰਿਆਂ ਦੀ ਹੈਲਪ ਹੋਵੇ ਤੇ ਜਲਦੀ ਆਪਣੇ ਕਰੀਅਰ 'ਚ ਸਕਸੈਸਫੁਲ। ਪੰਜਾਬ ਦੀ ਸਾਰੀ ਬਾਰ ਐਸੋਸੀਏਸ਼ਨਾਂ 'ਚ ਜਾਉਂਦੇ ਤੁਸੀਂ? ਹਾਂਜੀ, ਮੈਂ ਮਨ ਬਣਾਇਆ ਤੇ ਆਪਣੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਆਪਣੀ ਲੋਕਲ ਬਾਰ ਨਾਭਾ ਤੋਂ ਸਟਾਰਟ ਕੀਤੀ ਹੈ, ਤੇ ਹੁਣ ਮੈਂ ਬਠਿੰਡਾ ਬਾਰ ਦੇ ਵਿੱਚ ਜਾਣਾ, ਤੇ ਓਵਰਆਲ ਜਿੰਨੀਆਂ ਵੀ ਬਾਰ ਐਸੋਸੀਏਸ਼ਨਾਂ ਹੋਣਗੀਆਂ ਉੱਥੇ ਮੈਂ ਜਾਊਂਗਾ। ਉੱਥੇ ਮੇਰੇ ਫ੍ਰੀ ਸੈਮੀਨਾਰਸ ਨੇ, ਉੱਥੇ ਮੈਂ ਸਾਰਿਆਂ ਨੂੰ ਜਾਗਰੂਕ ਕਰੂੰਗਾ ਵੀ ਕਿੱਦਾਂ ਆਪਾਂ ਐਜ਼ ਅ ਲਾਇਰ ਕੈਨੇਡਾ ਦੇ ਵਿੱਚ ਪ੍ਰੈਕਟਿਸ ਕਰ ਸਕਦੇ ਤੇ ਕਿੱਦਾਂ ਆਪਾਂ ਇਮੀਗ੍ਰੇਟ ਕਰ ਸਕਦੇ ਹਾਂ। ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਬਹੁਤ ਹੀ ਸਧਾਰਨ ਘਰ 'ਚੋਂ ਪੈਦਾ ਹੋਇਆ ਤੇ ਮੈਨੂੰ ਉਮੀਦ ਨਹੀਂ ਸੀ ਵੀ ਮੈਂ ਇਸ ਮੁਕਾਮ ਤੇ ਪਹੁੰਚ ਜਾਊਂਗਾ, ਤੇ ਮੇਰੇ ਬੇਟੇ ਨੇ ਬਹੁਤ ਮਿਹਨਤ ਕਰਕੇ
ਇਸ ਮੁਕਾਮ ਤੇ ਪਹੁੰਚਿਆ, ਉਹ ਕੈਨੇਡੀਅਨ ਲਾਇਰ ਬਣਿਆ। ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਆ। ਇਹਦੇ ਲਈ ਮੈਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਪ੍ਰਮਾਤਮਾ ਹੀ ਆ ਜੋ ਇਨਸਾਨ ਨੂੰ ਕਿਤੋਂ ਦੀ ਕਿਤੇ ਪਹੁੰਚਾ ਸਕਦਾ। ਇਨਸਾਨ ਦੇ ਆਪਦੇ ਬਸ ਕੁਛ ਨਹੀਂ, ਸਭ ਪ੍ਰਮਾਤਮਾ ਦੀ ਦੇਣ ਆ। ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਸੁੱਚੇ ਨਾਭੇ ਦੇ ਵਕੀਲ ਭਾਈਚਾਰੇ ਦਾ। ਜਦੋਂ ਮੇਰਾ ਬੇਟਾ ਇੱਥੇ ਆਇਆ, ਉਹਨਾਂ ਨੇ ਬਹੁਤ ਉਹਨੂੰ ਮਾਣ ਸਨਮਾਨ ਦਿੱਤਾ, ਉਹਨੂੰ ਬਹੁਤ ਹਿੰਮਤ ਬਖਸ਼ੀ ਅਤੇ ਅਸ਼ੀਰਵਾਦ ਦਿੱਤਾ। ਮੈਂ ਸਮੁੱਚੀ ਬਾਰ ਦਾ ਵੀ ਸਾਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਕਿੰਨੇ ਕੁ ਘੰਟੇ ਜਿਹੜੇ ਸਟੱਡੀ ਕਰਦੇ ਸੀ, ਪਹਿਲਾਂ ਸ਼ੁਰੂ ਤੋਂ ਜਜ਼ਬਾ ਸੀ ਜਾਂ ਤੁਸੀਂ ਸਪੈਸ਼ਲ ਗਾਈਡ ਕੀਤਾ? ਅਤੇ ਮੈਂ ਨਹੀਂ ਗਾਈਡ ਕੀਤਾ, ਮੈਂ ਤਾਂ ਇਹ ਚਾਹੁੰਦਾ ਸੀਗਾ, ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੇਰਾ ਬੇਟਾ ਇੰਡੀਆ ਦੇ ਵਿੱਚ ਹੀ ਰਹੇ। ਮੈਂ ਚਾਹੁੰਦਾ ਸੀ ਇੱਥੋਂ ਕੰਪੀਟੀਸ਼ਨ ਲੜੇ। ਇਹਨੇ ਪੰਜਾਬ ਯੂਨੀਵਰਸਿਟੀ ਵਿੱਚ ਲਾ ਕਰਦਾ ਸੀਗਾ, ਇਹਨੇ ਕੰਪੀਟੀਸ਼ਨ ਦੀ ਤਿਆਰੀ ਵੀ ਸ਼ੁਰੂ ਕਰਤੀ ਸੀਗੀ, ਪਰ ਪ੍ਰਮਾਤਮਾ ਨੇ ਇਹਨੂੰ ਮੌਕਾ ਦਿੱਤਾ। ਪੰਜਾਬ ਯੂਨੀਵਰਸਿਟੀ ਤੋਂ ਸਿਰਫ 2 ਸਟੂਡੈਂਟ ਗਏ ਸੀ ਹਾਰਵਰਡ ਯੂਨੀਵਰਸਿਟੀ ਕਨਵੋਕੇਸ਼ਨ 'ਤੇ ਬੋਲਣ ਦੇ ਲਈ। ਇਹਨੇ ਉੱਥੋਂ ਹੀ ਆਪਣਾ ਜਿਹੜਾ ਸੀਗਾ ਮਨ ਬਣਾ ਲਿਆ ਕਿ ਮੈਂ ਇੰਡੀਆ ਦੇ ਵਿੱਚ ਨਹੀਂ ਰਹਿਣਾ, ਮੈਂ ਬਾਹਰ ਜਾਊਂਗਾ। ਇੱਕ ਹੋਰ ਘਟਨਾ ਵਾਪਰੀ ਇਹਦੇ ਨਾਲ, ਮੈਨੂੰ ਦੱਸਿਆ ਇਹਨੇ, ਮੈਂ ਸਾਡੇ ਬਾਹਰ ਆਪਣੇ ਚੈਂਬਰ ਦੇ ਵਿੱਚ ਬੈਠਾ ਸੀਗਾ। ਮੇਰਾ ਬੇਟਾ 4 ਦਿਨ ਡਰਾਈਵਿੰਗ ਲਾਇਸੈਂਸ ਕਰਾਉਣ ਦੇ ਲਈ ਐਸਡੀਐਮ ਦਫ਼ਤਰ ਆਉਂਦਾ ਰਿਹਾ, ਉਹਨੂੰ ਲਾਇਸੈਂਸ ਨਹੀਂ ਇਸ਼ੂ ਹੋਇਆ ਹੈਗਾ। 5ਵੇਂ ਦਿਨ ਕਰੀਬ ਮੇਰੇ ਕੋਲ ਆ ਗਿਆ, ਮੈਂ ਆਪਦਾ ਕਲਰਕ ਭੇਜਤਾ ਅਤੇ ਉਹਨਾਂ ਨੇ ਲਾਇਸੈਂਸ ਇਸ਼ੂ ਕਰਤਾ। ਇਹਦੇ ਮਨ ਦੇ ਵਿੱਚ ਆਇਆ, ਕਹਿੰਦਾ ਪਾਪਾ ਮਤਲਬ ਇਸ ਕੰਟਰੀ ਦੇ ਵਿੱਚ ਆਮ ਲੋਕਾਂ ਦੇ ਲਈ ਕੋਈ ਥਾਂ ਨਹੀਂ ਹੈਗੀ, ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ। ਜੇ ਮੈਂ ਕੰਪੀਟੀਸ਼ਨ ਲਾ ਕੇ ਕਿਸੇ ਮੁਕਾਮ 'ਤੇ ਹੀ ਪਹੁੰਚ ਜੂੰਗਾ, ਮੈਂ ਕਰਪਸ਼ਨ ਨਹੀਂ ਕਰਨੀ ਅਤੇ ਉਸ ਸਿਸਟਮ ਦੇ ਵਿੱਚ ਮੈਂ ਫਿੱਟ ਨਹੀਂ ਬੈਠ ਸਕਦਾ। ਇਹ ਸੋਚ ਕੇ ਆਪਣਾ ਇਹਨੇ ਕੈਨੇਡੀਅਨ ਲਾ ਸ਼ੁਰੂ ਕੀਤਾ। ਮੈਂ ਇਸ ਗੱਲ ਦੇ ਵਿੱਚ ਮੈਂ ਇਹਨੂੰ ਬਹੁਤ ਰੋਕਦਾ ਸੀਗਾ ਵੀ ਬੇਟੇ, ਮੇਰੀਆਂ ਬੇਟੀਆਂ ਨੇ 2 ਬਾਹਰ ਚਲੀਆਂ ਗਈਆਂ, ਵੀ ਬੇਟੇ ਤੂੰ ਸਾਡੇ ਕੋਲ ਰਹੇ, ਪਰ ਉਹ ਸਿਸਟਮ ਨੂੰ ਦੇਖ ਕੇ ਇਹਨੇ ਮਨ ਦਾ ਫੈਸਲਾ ਕੀਤਾ। ਇਹ ਸਿਸਟਮ ਨੂੰ ਦੇਖ ਕੇ ਹੁਣ ਇਹਨੇ ਸੋਚਿਆ ਹੈਗਾ ਕਿ ਮੇਰੇ ਕੋਲੇ ਕੋਈ ਗਾਈਡ ਨਹੀਂ ਸੀ ਮੈਨੂੰ ਕਰ ਸਕਦਾ, ਮੈਂ ਆਪਦੇ ਆਪ ਮਿਹਨਤ ਕਰਕੇ ਇਹ ਗਾਈਡਲਾਈਨਸ ਲਈਆਂ ਨੇ ਉੱਧਰ ਵਕੀਲ ਬਣਨ ਦੀਆਂ। ਇਸ ਨੇ ਇਹੀ ਸੋਚ ਕੇ ਕਿ ਸਾਰੇ ਪੰਜਾਬ ਦੇ ਵਿੱਚ ਮੈਂ ਜਾਊਂਗਾ ਅਤੇ ਸਾਰੀਆਂ ਬਾਰਾਂ ਦੇ ਵਿੱਚ ਦੱਸੂਗਾ ਕਿ ਤੁਸੀਂ ਇੱਥੋਂ ਬੈਠ ਕੇ ਵੀ ਆਮ ਘਰਾਂ ਦੇ ਬੱਚੇ ਵੀ ਨੇ ਜਿਹੜੇ ਕੈਨੇਡੀਅਨ ਵਕੀਲ ਬਣ ਸਕਦੇ ਨੇ। ਅਤੇ ਇਹਨੂੰ ਮੈਂ ਮਤਲਬ ਇਹਦੇ ਮਨ ਦੇ ਵਿੱਚ ਹੈ ਕਿ ਇਹਨੂੰ ਮੈਂ ਬਿਜ਼ਨਸ ਨਹੀਂ ਸਮਝੂੰਗਾ, ਮੈਂ ਇੱਕ ਲੋਕਾਂ ਦੇ ਭਲੇ ਲਈ ਆਪਦੇ ਵੱਲੋਂ ਜਿੰਨਾ ਮੈਂ ਕਰ ਸਕਦਾ ਹਾਂ ਉਹਨਾਂ ਕਰੂੰਗਾ। ਕੋਈ ਤੁਸੀਂ ਮੰਨਦੇ ਹੋ ਵੀ ਸਿਸਟਮ ਖਰਾਬ ਹੋਣ ਦੇ ਕਰਕੇ ਨੌਜਵਾਨ ਪੀੜ੍ਹੀ ਬਾਹਰਲਾ ਰੁਖ ਕਰ ਰਹੀ ਹੈ? ਹਾਂ ਬਿਲਕੁਲ, ਇਹ ਤਾਂ ਕਲੀਅਰ ਹੈਗਾ। ਸਾਡਾ ਮਤਲਬ ਪੰਜਾਬ ਦਾ ਇੰਡੀਆ ਦੇ ਜਿਹੜਾ ਸਿਸਟਮ ਆ ਉਹ ਠੀਕ ਨਹੀਂ ਹੈਗਾ, ਸਿਸਟਮ ਕਰਪਟ ਹੈਗਾ। ਅਤੇ ਸਰਕਾਰਾਂ ਦੀ ਦੇਣ ਆ ਜਿਹੜੇ ਸਾਡੇ ਨੌਜਵਾਨ ਬੱਚੇ ਜਾ ਰਹੇ ਨੇ। ਮੇਰੇ 3 ਬੱਚੇ ਨੇ, 3 ਬਾਹਰ ਚਲੇ ਗਏ। ਹਰ ਇੱਕ ਬੱਚਾ ਜਿਹੜਾ ਇੱਥੇ ਇੰਡੀਆ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ, ਬਾਹਰ ਜਾਣਾ ਚਾਹੁੰਦਾ, ਸਿਸਟਮ ਦੀ ਦੇਣ ਆ। ਕਿਸੇ ਦਾ ਦਿਲ ਨਹੀਂ ਕਰਦਾ ਆਪਦਾ ਘਰ ਛੱਡ ਕੇ ਜਾਣ ਨੂੰ, ਕਿਸੇ ਦਾ ਦਿਲ ਨਹੀਂ ਕਰਦਾ ਆਪਦਾ ਦੇਸ਼ ਛੱਡ ਕੇ ਜਾਣ ਨੂੰ, ਸਿਰਫ ਇਹ ਸਾਰੇ ਸਿਸਟਮ ਦੀ ਦੇਣ ਆ। ਤਾਂ ਕਿ ਜਿਹੜੇ ਬੱਚੇ ਨੇ ਜਿਹੜੇ ਤੋਂ ਬਾਹਰਲੇ ਕੰਟਰੀਆਂ ਨੂੰ ਜਾ ਰਹੇ ਨੇ। ਮਾਤਾ ਪਿਤਾ ਲਈ ਬੜੀ ਖੁਸ਼ੀ ਦੀ ਗੱਲ ਹੁੰਦੀ ਆ, ਰਿਲੇਟਿਵ ਤੇ ਵੀ, ਫਰੈਂਡ ਸਰਕਲ 'ਚ ਵੀ ਫੋਨ ਆ ਰਹੇ ਹੋਣਗੇ, ਕਿਸ ਤਰ੍ਹਾਂ ਜੱਜ ਕਰਦੇ ਹੋ ਤੁਸੀਂ? ਬਹੁਤ ਬਾਈ ਜੀ, ਸਾਡੇ ਆਮ ਘਰਾਂ ਦੇ ਵਿੱਚੋਂ ਬੇਟਾ ਉੱਥੇ ਪਹੁੰਚਿਆ ਹੈਗਾ, ਤਾਂ ਸਾਡੇ ਤਾਂ ਫੈਮਿਲੀ ਦੇ ਵਿੱਚ ਮੇਰੇ ਯਾਰਾਂ ਦੋਸਤਾਂ ਦੇ ਵਿੱਚ ਮੇਰੇ ਨਾਲ ਬੈਠੇ ਤਾਂ ਮੱਕੜ ਸਿੰਘ ਜੀ ਬੈਠੇ ਨੇ, ਜੱਸੜ ਸਾਹਿਬ ਬੈਠੇ ਨੇ, ਹੁਸ਼ਿਆਰ ਸਿੰਘ ਬੈਠੇ ਨੇ, ਸਤਿੰਦਰ ਸਿੰਘ ਬੈਠੇ ਨੇ। ਜਦੋਂ ਇਹਨੇ ਕਲੀਅਰ ਕੀਤਾ, ਜਿਸ ਦਿਨ ਇਹਨੇ ਮੈਨੂੰ ਮਤਲਬ ਬੜੀ ਖੁਸ਼ੀ ਜ਼ਾਹਰ ਕੀਤੀ, ਅਤੇ ਇੱਥੋਂ ਤੱਕ ਮੇਰੇ ਦੋਸਤਾਂ ਨੇ ਕਿਹਾ ਕਿ ਇਹ ਪਾਰਟੀ ਆ ਜਿਹੜੀ ਅਸੀਂ ਕਰ ਰਹੇ ਹਾਂ, ਸਾਡੇ ਕੋਲ ਇਹ ਉਸ ਦਿਨ ਦੀ ਪਾਰਟੀਆਂ ਅਰੇਂਜ ਕਰਕੇ, ਅਤੇ ਮੇਰੀ ਖੁਸ਼ੀ ਦੇ ਵਿੱਚ ਸਾਰੇ ਨੇ ਜਿਹੜੇ ਸ਼ਾਮਲ ਹੋ ਰਹੇ ਨੇ। ਨਾਭਾ ਬਾਰ ਲਈ ਸਭ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਬਾਰ ਮੈਂਬਰ ਹੈ, ਔਰ ਮੇਰੇ ਲਈ ਇਸ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਆਫਿਸ ਦਾ ਪਾਰਟ ਰਿਹਾ, ਮੈਨੂੰ ਅਸਿਸਟ ਕੀਤਾ ਇਹਨੇ ਬਹੁਤ ਜ਼ਿਆਦਾ ਸਿਵਲ ਕ੍ਰਿਮੀਨਲ ਟੌਪਿਕਸ ਦੇ ਵਿੱਚ। ਔਰ ਕਿਸੇ ਵੀ ਪੇਰੈਂਟਸ ਵਾਸਤੇ, ਕਿਸੇ ਵੀ ਗੁਰੂ ਵਾਸਤੇ ਇਸ ਤੋਂ ਵੱਧ ਵਧੀਆ ਮਾਣ ਦੀ ਗੱਲ ਨਹੀਂ ਹੋ ਸਕਦੀ ਕਿ ਉਹਦਾ ਕੋਈ ਬੱਚਾ ਬਾਹਰਲੇ ਮੁਲਕ 'ਚ ਜਾ ਕੇ, ਸਪੈਸ਼ਲੀ ਸਾਡੇ ਵਰਗੇ ਨਾਭੇ ਛੋਟੇ ਸ਼ਹਿਰ ਦੇ ਵਿੱਚੋਂ ਪੂਰੇ ਨਾਭੇ ਦਾ ਨਾਂ ਰੋਸ਼ਨ ਕਰਕੇ ਗਿਆ ਹੈਗਾ। ਔਰ ਮੇਰੇ ਮੁਤਾਬਕ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਵੀ ਇਸ ਚੀਜ਼ ਦੇ ਨਾਲ ਜਿਹੜੀ ਯੂਥ ਹੈ ਉਹਨੂੰ ਇੰਸਪਾਇਰੇਸ਼ਨ ਦਾ ਸੋਰਸ ਮਿਲੂਗਾ ਵੀ ਹਾਂ ਅਸੀਂ ਵੀ ਇੱਥੇ ਬੈਠ ਕੇ ਬਹੁਤ ਕੁਝ ਕਰ ਸਕਦੇ ਹਾਂ। ਔਰ ਹੀ ਵੁੱਡ ਬੀ ਏ ਹੈਲਪਿੰਗ ਗਾਈਡਲਾਈਨ ਫॉर ਆਲ ਆਫ ਦੈਮ, ਜਿੰਨੀ ਯੰਗ ਜਨਰੇਸ਼ਨ ਕਰਕੇ ਆ ਰਹੀ ਹੈ, ਕਿਉਂਕਿ ਅਨਐਮਪਲਾਈਮੈਂਟ ਹੋਣ ਕਰਕੇ ਹਰੇਕ ਦੇ ਵਿੱਚ ਇਸ ਚੀਜ਼ ਦੀ ਫਰਸਟ੍ਰੇਸ਼ਨ ਹੈ। ਉਹ ਚੀਜ਼ ਨੂੰ ਇਹ ਟਾਰਗੇਟ ਨੂੰ ਪੂਰਾ ਕਰਨ ਦੇ ਵਾਸਤੇ ਬਹੁਤ ਉਹਨਾਂ ਦਾ ਹੈਲਪਿੰਗ ਗਾਈਡਲਾਈਨ ਬਣੂਗਾ। ਅਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਵੀ ਨਾਭੇ ਦਾ ਨਾਂ ਉੱਥੇ ਜਾ ਕੇ ਵੀ ਇਹ ਰੋਸ਼ਨ ਕਰੇ। ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੀ ਸੋਚ ਨੂੰ? ਜਿਵੇਂ ਆਪਾਂ ਨੂੰ ਹੁੰਦਾ ਵੀ ਆਪਾਂ ਕਰ ਲਿਆ ਵੀ ਆਪਾਂ ਬਾਹਰ ਜਾਓ, ਇਹ ਸਾਰੀ ਬਾਹਰ ਐਸੋਸੀਏਸ਼ਨ 'ਚ ਜਾ ਰਹੇ ਪੰਜਾਬ 'ਚ। ਦੇਖੋ, ਜੋ ਇਹਦੀ ਨੇਚਰ ਹੈ ਬਹੁਤ ਲੈਬੋਰੀਅਸ ਅਤੇ ਇੰਟੈਲੀਜੈਂਟ ਹੈ ਬੱਚਾ, ਅਤੇ ਮੈਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਇਹਨੂੰ ਰਿਸਪੌਂਸ ਮਿਲੂਗਾ। ਜਿੱਥੇ ਜਿੱਥੇ ਸਰਦਾਰ ਗਿਆਨ ਸਿੰਘ ਦੇ ਵੀ ਸੈੱਲ ਹੈਗੇ ਨੇ, ਔਰ 12 ਦੇ ਵਿੱਚ ਵੀ ਇਸ ਗੱਲ ਦਾ ਪੂਰਾ ਸਪੋਰਟ ਮਿਲਿਆ। ਉਹਨਾਂ ਨੂੰ ਵੀ ਪਤਾ ਲੱਗ ਰਿਹਾ ਵੀ ਹਾਂ ਇੱਥੇ ਬੈਠ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈਗਾ। ਕੁਝ ਕੋਵਿਡ ਕਰਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕਿ ਐਜੂਕੇਸ਼ਨ ਸਿਸਟਮ ਹੈ ਜਿਹੜਾ ਔਨਲਾਈਨ ਹੋਣ ਕਰਕੇ ਹੁਣ ਹੋਰ ਹੈਲਪਫੁਲ ਹੋ ਗਿਆ। ਨਹੀਂ ਤਾਂ ਇਹੀ ਪੇਰੈਂਟਸ ਵਾਸਤੇ ਸੋਚ ਖੜੀ ਹੁੰਦੀ ਸੀ ਕਿ ਅਸੀਂ ਫੰਡਸ ਕਿਵੇਂ ਅਰੇਂਜ ਕਰਾਂਗੇ, ਬੱਚੇ ਨੂੰ ਕਿਵੇਂ ਭੇਜਾਂਗੇ। ਉਹ ਚੀਜ਼ ਦੇ ਵਾਸਤੇ ਇਹ ਜ਼ਿਆਦਾ ਹੈਲਪਫੁਲ ਹੋਏਗਾ, ਅਤੇ ਮੈਨੂੰ ਉਮੀਦ ਹੈ ਵੀ ਯੂਥ ਲਈ ਬਹੁਤ ਵਧੀਆ ਇੱਕ ਪਿਲਰ ਬਣਨ ਜਾ ਰਿਹਾ ਹੈ ਪ੍ਰੀਤਿੰਦਰ, ਅਤੇ ਨਾਭੇ ਦਾ ਨੇਮ ਐਂਡ ਫੇਮ ਗੇਨ ਹੋਏਗਾ ਇਸ ਦੇ ਨਾਲ, ਪਰਿਵਾਰ ਦੇ ਨਾਲ। Please like, subscribe and share this channel GM7 News.